डियर स्टूडेंट्स, ਆਪਾਂ ਕੱਲ ਪੋਇਮ ਪੜ੍ਹੀ ਸੀ ਫਾਦਰ ਰਿਟਰਨਿੰਗ ਹੋਮ। ਪੋਇਟ ਦਾ ਨਾਮ ਸੀ ਦਲੀਪ ਚਿਤਰੇ। ਅੱਜ ਆਪਾਂ ਉਹਦੇ ਸਟੈਂਜਾ ਕੰਪਰੀਹੈਂਸ਼ਨ ਵਾਸਤੇ ਜੋ ਆਉਂਦੇ ਆਪਾਂ ਨੂੰ ਪੇਪਰਾਂ ਵਿੱਚ ਉਹਨੂੰ ਡਿਸਕਸ ਕਰਦੇ ਹਾਂ। ਪਹਿਲਾਂ ਆਪਾਂ ਸਟੈਂਜਾ ਪੜ੍ਹਦੇ ਹਾਂ। ਹੀਜ਼ ਆਈਜ਼ ਡਿਮਡ ਬਾਈ ਏਜ। ਉਸ ਦੀਆਂ ਅੱਖਾਂ ਦੀ ਜਿਹੜੀ ਰੋਸ਼ਨੀ ਹੈ ਉਹ ਡਿਮ ਹੋ ਚੁੱਕੀ ਹੈ ਬਾਈ ਏਜ, ਕਿਉਂਕਿ ਉਹ ਬੁੱਢਾ ਹੋ ਚੁੱਕਿਆ ਹੈ। ਫੇਡ ਹੋਮਵਰਡ ਥਰੂ ਦਾ ਹਿਊਮਿਡ ਮਾਨਸੂਨ ਨਾਈਟ। ਹੁਣ ਹਿਊਮਿਡ ਦਾ ਮਤਲਬ ਕੀ ਹੁੰਦਾ? ਸਿੱਲਾ। ਮਾਨਸੂਨ ਦੀ ਨਾਈਟ ਹੈ, ਮਾਨਸੂਨ ਦਾ ਮੌਸਮ ਹੈ, ਵਰਖਾ ਦੀ ਰੁੱਤ ਹੈ, ਨਾਈਟ ਦਾ ਸਮਾਂ, ਤੇ ਉਹ ਆਪਦੇ ਘਰ ਵਾਲੇ ਪਾਸੇ ਜਾ ਰਿਹਾ ਹੈ। ਨਾਓ ਆਈ ਕੈਨ ਸੀ ਹਿਮ ਗੈਟਿੰਗ ਆਫ ਦਾ ਟ੍ਰੇਨ। ਹੁਣ ਜਿਵੇਂ ਦੱਸਿਆ ਸੀਗਾ ਆਪਾਂ ਨੂੰ ਵੀ ਇੱਕ ਜਿਹੜਾ ਬੁੱਢਾ ਆਦਮੀ ਹੈ ਉਹ ਹਰ ਰੋਜ਼ ਆਪਣੇ ਕੰਮ ਤੇ ਜਾਂਦਾ ਹੈ, ਟ੍ਰੇਨ ਤੇ ਵਾਪਸ ਆਉਂਦਾ ਹੈ। ਉਹ ਕੰਮਿਊਟਰ ਹੈ ਜਿਵੇਂ ਕਹਿ ਲਓ। ਹੁਣ ਉਹ ਆਪਣੀ ਟ੍ਰੇਨ ਤੋਂ ਉਤਰ ਰਿਹਾ ਹੈ। ਗੈਟਿੰਗ ਆਫ ਦਾ ਟ੍ਰੇਨ, ਗੈਟ ਆਫ ਮਾਨੇ ਉਤਰਨਾ। ਪੋਇਟ ਦੇਖ ਰਿਹਾ ਹੈ ਵੀ ਉਹ ਹੁਣ ਟ੍ਰੇਨ ਤੋਂ ਉਤਰ ਰਿਹਾ ਹੈ। ਲਾਈਕ ਅ ਵਰਡ ਡਰੋਪਡ ਫਰੋਮ ਏ ਲੌਂਗ ਸੈਂਟੈਂਸ। ਤੇ ਪੋਇਟ ਨੇ ਉਹਨੂੰ ਕਿਸ ਤਰ੍ਹਾਂ ਕੰਪੇਅਰ ਕੀਤਾ ਵੀ ਜਿਵੇਂ ਇੱਕ ਲੰਬਾ ਸੈਂਟੈਂਸ ਹੋਵੇ, ਉਹਦੇ ਵਿੱਚੋਂ ਆਪਾਂ ਇੱਕ ਵਰਡ ਕੱਢ ਦਈਏ ਤਾਂ ਕੋਈ ਫਰਕ ਨਹੀਂ ਪੈਂਦਾ। ਉਵੇਂ ਟ੍ਰੇਨ ਦੇ ਯਾਤਰੀਆਂ ਦੇ ਨਾਲੋਂ ਉਹ ਉਤਰਦਾ ਹੈ, ਪਰ ਕੋਈ ਫਰਕ ਨਹੀਂ ਪੈਂਦਾ ਕਿਸੇ ਨੂੰ ਵੀ ਉਹ ਚੜ੍ਹਿਆ ਸੀ ਉੱਥੇ, ਉਹਨੇ ਸਫ਼ਰ ਕੀਤਾ, ਹੁਣ ਉਤਰ ਗਿਆ। ਕਿਸੇ ਨੂੰ ਕੋਈ ਮਤਲਬ ਨਹੀਂਗਾ, ਤਾਂ ਉਹਦੀ ਇੰਪੋਰਟੈਂਸ ਕੋਈ ਨਹੀਂ ਵੀ ਉਹ ਉਤਰ ਗਿਆ। ਹੀ ਹਰੀਜ਼ ਅਕਰੋਸ ਦਾ ਲੈਂਥ ਆਫ ਦਾ ਗ੍ਰੇ ਪਲੈਟਫਾਰਮ। ਫਿਰ ਉਹ ਪਲੈਟਫਾਰਮ ਜਿਹੜਾ ਗ੍ਰੇ ਕਲਰ ਦਾ, ਸਲੇਟੀ ਕਲਰ ਦਾ, ਜਿਵੇਂ ਮੰਨ ਲਓ ਸੀਮੈਂਟਡ ਹੋਵੇ, ਤਾਂ ਉਹ ਸਾਰਾ ਪਲੈਟਫਾਰਮ ਲੰਘ ਕੇ ਤੇਜ਼ੀ ਨਾਲ, ਹਰੀਜ਼ ਮੈਨੇ ਕੀ ਹੁੰਦਾ? ਤੇਜ਼ੀ ਨਾਲ ਉਹ ਜਾਂਦਾ ਹੈ। ਕਰੋਸਸ ਦਾ ਰੇਲਵੇ ਲਾਈਨ, ਰੇਲਵੇ ਲਾਈਨ ਨੂੰ ਕਰੋਸ ਕਰਦਾ ਹੈ, ਤੇ ਫਿਰ ਉਹ ਐਂਟਰਸ ਦਾ ਲੇਨ, ਤੇ ਆਪਦੀ ਗਲੀ 'ਚ ਐਂਟਰ ਕਰ ਦਿੰਦਾ। ਹੁਣ ਬੇਟੇ ਦੇਖੋ ਕਿਸ ਤਰ੍ਹਾਂ ਦੇ ਕੁਐਸਚਨ ਪੁੱਛੇ ਹੋਏ ਆ ਇਹਦੇ ਬੇਸਡ, ਉਹ ਆਪਾਂ ਦੇਖਦੇ ਹਾਂ। ਨੇਮ ਦਾ ਪੋਇਟ। ਸਭ ਤੋਂ ਪਹਿਲਾਂ ਤੁਹਾਨੂੰ ਪਤਾ ਬੇਟੇ ਇਸ ਤਰ੍ਹਾਂ ਦਾ ਕੁਐਸਚਨ ਆਉਂਦਾ ਹੈ, ਮੈਂ ਤੁਹਾਨੂੰ ਹੁਣੇ ਹੀ ਬੋਲਿਆ ਸੀ, ਦ ਨੇਮ ਦਾ ਪੋਇਮ ਐਂਡ ਦਾ ਪੋਇਟ। ਹੁਣ ਆਪਾਂ ਪੋਇਮ ਦਾ ਨਾਮ ਕੀ ਹੈ? ਜਿਹੜੀਆਂ ਲਾਈਨਾਂ ਲਈਆਂ ਗਈਆਂ, these lines have been taken from the poem father returning home, ਜਾਂ ਆਪਾਂ ਲਿਖ ਦਾਂਗੇ the name of the poem is father returning home, written by ਦਲੀਪ ਚਿਤਰੇ। ਇਹ ਤੁਸੀਂ ਸਪੈਲਿੰਗ ਧਿਆਨ ਦੇਣੀ ਹੈ। ਸੈਕੰਡ ਕੁਐਸਚਨ, which line describes the father's irrelevance to the train? ਕਿਹੜੀ ਲਾਈਨ ਇਹ ਡਿਸਕਰਾਈਬ ਕਰਦੀ ਹੈ ਜਾਂ ਦਰਸਾਉਂਦੀ ਹੈ ਵੀ ਜਿਹੜਾ ਫਾਦਰ ਦੀ ਇਰਰੈਲੀਵੈਂਸ ਹੈ, ਕੋਈ ਫਰਕ ਨਹੀਂ ਪੈਂਦਾ ਬਈ ਇਰਰੈਲੀਵੈਂਟ ਆ ਬੰਦਾ, ਕਿਸੇ ਲਈ ਕੋਈ ਇੰਪੋਰਟੈਂਸ ਨਹੀਂ ਗੀ, ਤਾਂ ਇਹ ਲਾਈਨ ਤੁਸੀਂ ਮੈਨੂੰ ਚੈੱਕ ਕਰਕੇ ਦੱਸਣੀ ਹੈ ਵੀ ਕਿਹੜੀ ਲਾਈਨ ਇਹ ਸ਼ੋਅ ਕਰਦੀ ਹੈ ਵੀ ਉਹ ਇਰਰੈਲੀਵੈਂਟ ਹੈ। ਤਾਂ ਆਪਾਂ ਲਾਈਨ ਪੜ੍ਹੀ ਸੀ, ਨਾਓ ਆਈ ਕੈਨ ਸੀ ਹਿਮ ਗੈਟਿੰਗ ਆਫ ਦਾ ਟ੍ਰੇਨ ਤੋਂ ਬਾਅਦ ਲਾਈਨ ਆਈ ਸੀ ਲਾਈਕ ਅ ਵਰਡ ਡਰੋਪਡ ਫਰੋਮ ਏ ਲੌਂਗ ਸੈਂਟੈਂਸ। ਜਿਵੇਂ ਇੱਕ ਲੰਬੇ ਸੈਂਟੈਂਸ ਤੋਂ ਇੱਕ ਵਰਡ ਨੂੰ ਡਰੋਪ ਕਰ ਦਿੱਤਾ ਜਾਂਦਾ ਤਾਂ ਕੋਈ ਫਰਕ ਨਹੀਂ ਪੈਂਦਾ, ਉਹ ਇਰਰੈਲੀਵੈਂਟ ਹੈ। ਤਾਂ ਉਸੇ ਤਰ੍ਹਾਂ ਇਹ ਇਹਦਾ ਆਨਸਰ ਬਣ ਗਿਆ, ਨਾਓ ਆਈ ਕੈਨ ਸੀ ਹਿਮ ਗੈਟਿੰਗ ਆਫ ਦਾ ਟ੍ਰੇਨ ਲਾਈਕ ਅ ਵਰਡ ਡਰੋਪਡ ਫਰੋਮ ਏ ਲੌਂਗ ਸੈਂਟੈਂਸ। ਤਾਂ ਆਪਾਂ ਇੱਥੋਂ ਲੈ ਕੇ देखो, now I can see him getting off the train like a word dropped from a long sentence। इथों तक दी लाइन तुसी लिख दोगे आंसर च। थर्ड क्वेश्चन, राइट टू रीजन्स फॉर फादर्स आईज बीइंग डिम्ड। दो रीजन्स लिखने हैं, दो कारण दसने हैं जिथों की पता जिहड़ा की कारण है फादर दियां आईज डिम हो चुकी हैं। पहला की दस्या, ही हैज़ बिकम ओल्ड। पहला की कारण है वो बुढ़ा हो चुका है। तो इट इज़ ह्यूमिड मानसून नाइट। तो दूजा कारण की दस्या, उसनों ज़्यादा क्यों नहीं दिसदा पिया? क्योंकि जिहड़ा मौसम है वो मानसून वाला है, ह्यूमिड है, सिल है। तो बरसात के मौसम विच भी हवा दे विच जो ड्रॉपलैट्स कह लो या पानी दियां बूंदां कह लो, तो वो भी उस आईज़ नूं ह्यूमिड कर रही हैं, सॉरी आईज नूं डिम कर रही हैं। फोर्थ क्वेश्चन, वेयर डज फादर गो आफ्टर गैटिंग ऑफ द ट्रेन।
ਗੈਟਿੰਗ ਆਫ ਦਾ ਟ੍ਰੇਨ ਮਤਲਬ ਟ੍ਰੇਨ ਤੋਂ ਉਤਰਨ ਤੋਂ ਬਾਅਦ ਉਹ ਕਿੱਧਰ ਜਾਂਦਾ ਹੈ, ਘਰੇ ਜਾਂਦਾ ਨਾ, ਆਪਦੀ ਗਲੀ 'ਚ ਐਂਟਰ ਕਰਦਾ ਨਾ। ਹੀ ਕ੍ਰੋਸਸ ਦਾ ਲਾਈਨ ਐਂਡ ਐਂਟਰਸ ਦਾ ਲੇਨ। ਲੇਨ ਮੈਨ ਕੀ ਹੁੰਦਾ ਹੈ, ਗਲੀ। ਤਾਂ ਇਹ ਫਸਟ ਸਟੈਂਜਾ ਆਪਾਂ ਪੜ੍ਹ ਲਿਆ ਬੇਟੇ। ਹੁਣ ਆਪਾਂ ਨੈਕਸਟ ਸਟੈਂਜਾ ਪੜ੍ਹਦੇ ਹਾਂ। ਰੀਡ ਦਾ ਲਾਈਨਸ ਗਿਵਨ ਬਿਲੋ ਐਂਡ ਆਨਸਰ ਦਾ ਕੁਐਸਚਨ ਦੈਟ ਫੋਲੋ। ਫੋਲੋ ਮੈਨੇ ਬਾਅਦ ਵਿੱਚ ਆਣਾ ਜਿਵੇਂ। ਹੀਜ਼ ਸਲਨ ਚਿਲਡਰਨ ਹੈਵ often refused to share। ਸਲਨ ਚਿਲਡਰਨ ਦਾ ਕੀ ਮਤਲਬ ਦੱਸਿਆ ਹੈਗਾ ਵੀ ਜਿਹੜੇ ਬੈਡ ਟੈਂਪਰਡ ਜਾਂ ਇਲ ਟੈਂਪਰਡ ਬੱਚੇ, ਗੁੱਸੇ 'ਚ ਆਉਣ ਵਾਲੇ ਬੱਚੇ, ਉਹ ਓਫਨ ਰਿਫਿਊਜ਼ ਕਰ ਦਿੰਦੇ ਆ ਸ਼ੇਅਰ ਕਰਨ। ਸ਼ੇਅਰ ਕਰਨਾ ਤਾਂ ਕਿਸੇ ਨਾਲ ਸਾਂਝਾ ਕਰਨਾ। ਕੀ ਚੀਜ਼ ਨਹੀਂ ਸਾਂਝੇ ਕਰਦੇ ਹੋ? ਜੋਕਸ ਐਂਡ ਸੀਕ੍ਰੇਟਸ। ਆਪਦੀਆਂ ਗੱਲਾਂ ਬਾਤਾਂ ਨਹੀਂ ਸ਼ੇਅਰ ਕਰਦੇ, ਕੋਈ ਜੋਕਸ, ਕੋਈ ਹਾਸੇ ਦੀ ਨਹੀਂ ਗੱਲ ਕਰਦੇ। ਹੀ ਵਿਲ ਨਾਓ ਗੋ ਟੂ ਸਲੀਪ। ਹੁਣ ਸੋ ਜਾਏਗਾ। ਲਿਸਨਿੰਗ ਟੂ ਦਾ ਸਟੈਟਿਕ ਔਨ ਦਾ ਰੇਡੀਓ। ਕੀ ਸੁਣਦੇ ਹੋਏ? ਸਟੈਟਿਕ। ਸਟੈਟਿਕ ਮੈਨੇ ਕੀ ਦੱਸਿਆ ਸੀ ਤੁਹਾਨੂੰ ਮੈਂ ਵੀ ਜਿਵੇਂ ਸ਼ੋਰ, ਡਿਸਟਰਬੈਂਸ, ਰੇਡੀਓ ਦੀ ਜੋ ਰੇਡੀਓ ਚੱਲਦਾ ਡਿਸਟਰਬੈਂਸ ਆਉਂਦੀ ਹੈ ਉਹਨੂੰ ਬੋਲਦੇ ਸਟੈਟਿਕ। ਡਰੀਮਿੰਗ ਆਫ ਹਿਜ਼ ਐਨਸੈਸਟਰਸ। ਕਿਹਦੇ ਬਾਰੇ ਸੋਚ ਰਿਹਾ? ਆਪਦੇ ਪੂਰਵਜਾਂ ਬਾਰੇ। ਐਨਸੈਸਟਰ ਕੀ ਹੁੰਦੇ ਆ? ਪੂਰਵਜ, ਜਿਹੜੇ ਪੁਰਾਣੇ ਸਮੇਂ ਬਾਰੇ, ਅਤੀਤ ਬਾਰੇ ਸੋਚਣ ਲੱਗ ਪੈਂਦਾ ਹੈ। ਐਂਡ ਗ੍ਰੈਂਡ ਚਿਲਡਰਨ, ਆਉਣ ਵਾਲੇ ਪੀੜ੍ਹੀ ਬਾਰੇ ਸੋਚਦਾ ਹੈ, ਗ੍ਰੈਂਡ ਚਿਲਡਰਨ ਬਾਰੇ। ਥਿੰਕਿੰਗ ਆਫ ਨੋਮੈਡਸ। ਨੋਮੈਡਸ ਕੀ ਹੁੰਦੇ ਆ? ਖਾਨਾ ਬਦੋਸ਼, ਜਿਹੜੇ ਇੱਕ ਥਾਂ ਤੋਂ ਦੂਜੀ ਥਾਂ ਤੱਕ ਮੂਵ ਕਰਦੇ ਰਹਿੰਦੇ, ਜਿਨ੍ਹਾਂ ਦਾ ਕੋਈ ਪੱਕਾ ਟਿਕਾਣਾ ਨਹੀਂ ਹੁੰਦਾ। ਐਂਟਰਿੰਗ ਏ ਸਬ ਕੌਂਟੀਨੈਂਟ ਥਰੂ ਏ ਨੈਰੋ ਪਾਸ। ਇੱਕ ਸਬ ਕੌਂਟੀਨੈਂਟ ਵਿੱਚ ਐਂਟਰ ਕਰ ਰਿਹਾ ਹੈ ਇੰਜੋ ਸੋਚਦਾ ਹੋਇਆ। ਕੌਂਟੀਨੈਂਟ ਹੁੰਦਾ ਜਿਵੇਂ ਮਹਾਦੀਪ, ਸਬ ਕੌਂਟੀਨੈਂਟ में ਉਹਦਾ ਪਾਰਟ ਜਿਹੜਾ ਹੁੰਦਾ। ਨੈਰੋ ਮੈਨੇ ਤੰਗ, ਪਾਸ ਮੈਨੇ ਰਸਤਾ। ਆਪਾਂ ਹੁਣ ਇਸ ਦੇ ਕੁਐਸਚਨ ਦੇਖਦੇ ਹਾਂ। ਇਸ ਦੇ ਬੇਸਡ ਕਿਹੜੇ ਕੁਐਸਚਨ ਬਣੇ ਆ। ਐਕਸਪਲੇਨ ਦਾ ਬਿਹੇਵੀਅਰ ਆਫ ਦਾ 올ਡ ਮੈਨਸ ਚਿਲਡਰਨ। ਐਕਸਪਲੇਨ ਕੀ ਕਰੋ? ਬਿਹੇਵੀਅਰ। ਬਿਹੇਵੀਅਰ ਮੈਨੇ ਕਿਸੇ ਦਾ ਵਰਤਾਓ। ਆਫ ਦਾ 올ਡ ਮੈਨ ਚਿਲਡਰਨ ਟੂਵਰਡਸ ਹਿਮ। ਉਸ ਦੇ ਪ੍ਰਤੀ ਕਿਹੋ ਜਿਹਾ ਰਵੱਈਆ ਹੈ, ਕਿਹੋ ਜਿਹਾ ਵਿਵਹਾਰ ਹੈ 올ਡ ਮੈਨ ਦੇ ਪ੍ਰਤੀ, ਉਸਦੇ ਬੱਚਿਆਂ ਦਾ। ਆਪਾਂ ਪੜ੍ਹਿਆ ਸੀ ਨਾ, ਚੰਗਾ ਵਿਵਹਾਰ ਨਹੀਂ ਸੀਗਾ। ਹਿਜ਼ ਬਿਹੇਵੀਅਰਸ, ਹਿਜ਼ ਚਿਲਡਰਨਸ ਬਿਹੇਵੀਅਰ ਟੂਵਰਡਸ ਹਿਮ ਇਜ਼ ਕੁਆਇਟ ਇਨਡਿਫਰੈਂਟ। ਇਨਡਿਫਰੈਂਟ ਹੈ ਉਹਦੇ ਪ੍ਰਤੀ, ਵੀ ਉਹ ਨੌਕਰੀ ਕਰਕੇ ਕੰਮ ਤੋਂ ਘਰੇ ਆਇਆ ਜਾਂ ਨਾ ਆਇਆ, ਕਿਸੇ ਨੂੰ ਕੋਈ ਫਰਕ ਨਹੀਂ। ਦੇ ਆਰ ਇਨਡਿਫਰੈਂਟ। ਇਨਡਿਫਰੈਂਟ ਦਾ ਮਤਲਬ ਕਿ ਉਸ ਦੇ ਆਉਣ ਨਾਲ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ। ਦੇ ਡੂ ਨਾਟ ਸ਼ੇਅਰ ਦੇਅਰ ਸੀਕ੍ਰੇਟਸ ਐਂਡ ਜੋਕਸ ਵਿਦ ਹਿਮ। ਇਹ ਲਾਈਨ ਤੁਹਾਨੂੰ ਪਤਾ ਲੱਗ ਗਈ ਨਾ ਵੀ ਉਹ ਉਹਦੇ ਨਾਲ ਕੋਈ ਆਪਦੇ ਸੀਕ੍ਰੇਟ ਨਹੀਂ ਸ਼ੇਅਰ ਕਰਦੇ, ਕੋਈ ਜੋਕਸ ਨਹੀਂ ਸ਼ੇਅਰ ਕਰਦੇ। What does he do after being written off by his children? ਹੁਣ ਦੇਖੋ, ਪਹਿਲਾਂ ਤਾਂ ਜਿਹੜਾ ਬੰਦਾ ਉਹ ਟ੍ਰੇਨ ਦੇ ਵਿੱਚ ਸਫ਼ਰ ਕਰਦਾ ਹੈ, ਉਹਨੂੰ ਕੋਈ ਨਹੀਂ ਪੁੱਛਦਾ, ਕੋਈ ਨਹੀਂ ਗੱਲ ਕਰਦਾ, ਉਹ ਉਹਨਾਂ ਦੁਆਰਾ ਰਿਟਨ ਆਫ ਹੈ। ਹੁਣ ਘਰੇ ਆਇਆ, ਘਰੇ ਇਸ ਉਮੀਦ ਨਾਲ ਆਇਆ ਵੀ ਫੈਮਿਲੀ 'ਚ ਆ ਮੈਂ, ਮੇਰੇ ਬੱਚੇ ਮੈਨੂੰ ਮਿਲਣਗੇ, ਮੇਰੇ ਨਾਲ ਗੱਲਾਂ ਬਾਤਾਂ ਕਰਨਗੇ, ਪਰ ਉਹ ਵੀ ਨਹੀਂ ਗੱਲਾਂ ਬਾਤਾਂ ਕਰਦੇ। ਤਾਂ ਆਪਾਂ ਕੀ ਇਹ ਵੀ ਉਹ ਜਿਹੜੇ ਬੱਚੇ ਹੈ ਉਹਨਾਂ ਨੇ ਆਪਦੇ ਐਸ 올ਡ ਮੈਨ ਨੂੰ ਰਿਟਨ ਆਫ ਕੀਤਾ ਹੋਇਆ, ਕੋਈ ਫਰਕ ਨਹੀਂ ਪੈਂਦਾ ਉਹਦੇ ਨਾਲ। ਉਹ ਕੀ ਕਰਦਾ ਫਿਰ? ਉਹ ਸੁਣਦਾ ਹੈ, ਪਰ ਨਾਲ ਕੀ ਕਰਦਾ? ਹੀ ਲਿਸਨਸ ਟੂ ਦਾ ਰੇਡੀਓ ਐਂਡ ਰੀਡ ਬੁੱਕਸ ਐਂਡ ਰੀਡਸ ਬੁੱਕਸ। ਤੇ ਕਿਤਾਬਾਂ ਪੜ੍ਹਦਾ ਹੈ। ਰੇਡੀਓ ਸੁਣਦਾ ਤੇ ਕਿਤਾਬਾਂ ਪੜ੍ਹਦਾ। ਹਾਊ ਕੈਨ ਯੂ ਸੇ ਦੈਟ ਹਿਜ਼ ਡ੍ਰੀਮ ਮਿਰਰਸ ਦੈਟ ਦਾ 올ਡ ਮੈਨ ਇਜ਼ ਆਈਦਰ ਥਿੰਕਿੰਗ ਅਬਾਊਟ ਹਿਜ਼ ਪਾਸਟ ਔਰ ਫਿਊਚਰ। ਹੁਣ ਦੇਖੋ ਕਿਵੇਂ ਪਤਾ ਲੱਗਦਾ ਹੈ ਵੀ ਉਹ ਆਪ ਡ੍ਰੀਮ ਕਰ ਰਿਹਾ ਹੈ ਆਪਦੇ ਪਾਸਟ ਬਾਰੇ ਤੇ ਜਾਂ ਫਿਰ ਆਪਦੇ ਫਿਊਚਰ ਬਾਰੇ। ਪਾਸਟ ਬਾਰੇ ਕਿਵੇਂ ਸੀਗਾ? ਉਹ ਐਨਸੈਸਟਰਸ ਬਾਰੇ ਸੋਚ ਰਿਹਾ ਹੈ। ਗ੍ਰੈਂਡ ਚਿਲਡਰਨ ਦਾ ਮਤਲਬ ਕੀ ਹੈ? ਉਹ ਆਪਦੇ ਫਿਊਚਰ ਬਾਰੇ ਗੱਲ ਸੋਚ ਰਿਹਾ ਹੈ। ਲਾਈਨਾਂ ਨੂੰ ਪੜ੍ਹਦੇ ਹਾਂ ਆਪਾਂ। ਆਂਸਰ, ਹੀ ਡ੍ਰੀਮਸ ਅਬਾਊਟ ਹਿਜ਼ ਐਨਸੈਸਟਰਸ। ਇਨ ਦਿਸ ਵੇ ਹਿਜ਼ ਡ੍ਰੀਮ ਮਿਰਰਸ ਹਿਜ਼ ਪਾਸਟ। ਉਸਦਾ ਡ੍ਰੀਮ ਕੀ ਮਿਰਰ ਕਰਦਾ ਹੈ, ਕੀ ਸ਼ੋ ਕਰ ਰਿਹਾ ਹੈ? ਉਸਦਾ ਪਾਸਟ। ਮਤਲਬ ਉਸਦਾ ਡ੍ਰੀਮ, ਹਿਜ਼ ਡ੍ਰੀਮ ਮਿਰਰਸ ਹਿਜ਼ ਪਾਸਟ। ਇਹ ਦਾ ਆਂਸਰ ਬਣਦਾ ਪਿਆ। ਹੀ ਆਲਸੋ ਡ੍ਰੀਮਸ ਅਬਾਊਟ ਹਿਜ਼ ਗ੍ਰੈਂਡ ਚਿਲਡਰਨ। ਉਹ ਆਪਦੇ ਗ੍ਰੈਂਡ ਚਿਲਡਰਨ ਬਾਰੇ ਵੀ ਸੋਚਦਾ ਪਿਆ, ਸੁਪਨੇ ਲੈ ਰਿਹਾ ਹੈ। ਇਨ ਦਿਸ ਵੇ ਹਿਜ਼ ਡ੍ਰੀਮਸ ਮਿਰਰ ਹਿਜ਼ ਫਿਊਚਰ। ਤਾਂ ਉਸਦਾ ਜਿਹੜਾ ਉਸਦੇ ਡ੍ਰੀਮ ਹੈ ਉਸਦੇ ਫਿਊਚਰ ਨੂੰ ਮਿਰਰ ਕਰ ਰਿਹਾ ਹੈ। ਤਾਂ ਬੇਟੇ ਇਹ ਜਿਹੜੇ
ਆਪਾਂ ਨੂੰ ਸਲਾਈਡ ਪ੍ਰਿਪੇਅਰ ਕਰਕੇ ਭੇਜੀ ਹੋਈ ਹੈ, ਆਪਾਂ ਉਹਦੇ ਚੋਂ ਹੀ ਬਣੇ ਹੋਏ ਕੁਐਸਚਨ ਪੜ੍ਹ ਲਏ। ਤਾਂ ਇਹ ਪੇਪਰਾਂ ਵਾਲੇ ਕੁਐਸਚਨ ਨੂੰ ਸਮਝ ਲਓ, ਇਹਨਾਂ ਨੂੰ ਇਹਦੇ ਵਿੱਚ ਵੀ ਪੇਪਰ ਬਣ ਕੇ ਆਉਣਗੇ। ਜਿਹੜੇ ਪਾਸ ਟੈਸਟ ਹੋਣਗੇ ਕੋਈ ਉਹਨਾਂ ਵਿੱਚ, ਜੋ ਕੋਈ ਪ੍ਰੈਕਟਿਸ ਟੈਸਟ ਹੋਣਗੇ ਉਹਨਾਂ ਵਿੱਚ, ਜਾਂ ਜਿਹੜੇ ਆਪਣੇ ਫਾਈਨਲ ਈਅਰ ਦੇ ਪੇਪਰ ਲਏ ਜਾਣਗੇ ਉਹਨਾਂ ਦੇ ਵਿੱਚ ਵੀ ਇਸੇ ਤਰ੍ਹਾਂ ਦੇ ਕੁਐਸਚਨ ਬਣ ਕੇ ਆਣੇ ਆ। ਤਾਂ ਇਹੀ ਤਰੀਕਾ ਹੈ ਬੇਟੇ, ਜਦੋਂ ਮੈਂ ਤੁਹਾਡੇ ਨਾਲ ਜਦੋਂ ਕੋਈ ਵੀਡੀਓ ਸ਼ੇਅਰ ਕਰਦਾ, ਆਪਾਂ ਕੋਈ ਲੈਸਨ ਹੈ ਜਾਂ ਕੋਈ ਪੋਇਮ ਹੈ, ਤੁਸੀਂ ਉਹਨੂੰ ਸੁਣ ਲਿਆ ਕਰੋ, ਫਿਰ ਕੋਈ ਕਿਸੇ ਨੂੰ ਪ੍ਰੋਬਲਮ ਨਹੀਂ ਆਉਣ ਵਾਲੀ ਇੰਗਲਿਸ਼ ਪੜ੍ਹਨ ਵਿੱਚ ਜਾਂ ਸਮਝਣ ਵਿੱਚ ਜਾਂ ਲਿਖਣ ਵਿੱਚ। ਤਾਂ ਇਹ ਤੁਸੀਂ ਗੱਲਾਂ ਦਾ ਧਿਆਨ ਕਰਨਾ ਹੈ। ਆਪਾਂ ਬਾਕੀ ਮੈਂ ਤੁਹਾਨੂੰ ਆਹ ਸਲਾਈਡ ਵੀ ਸ਼ੇਅਰ ਕਰ ਦੂੰਗਾ PDF ਇਹਦੀ, ਤਾਂ ਇਹ ਬੇਟੇ ਤੁਸੀਂ ਧਿਆਨ ਨਾਲ ਸੁਣ ਲੈਣੀ ਹੈ। ਬਾਕੀ ਆਪਾਂ ਨੈਕਸਟ ਵੀਡੀਓ 'ਚ ਦੇਖਾਂਗੇ। ਥੈਂਕ ਯੂ।